अस्सलाम व्यूवर्स। ਅੱਜ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਉਸਤਾਦ ਜਨਾਬ ਸ਼ਹਿਬਾਜ਼ ਸਾਗਰ ਸਾਹਿਬ ਮੌਜੂਦ ਨੇ, ਜਿਨ੍ਹਾਂ ਨੇ ਬੜੇ ਹੀ ਆਪਣਾ ਪੁਰਤਕਲਫ ਨਾਲ ਸਾਨੂੰ ਟਾਈਮ ਦਿੱਤਾ ਹੈ। ਤੇ ਕਾਫੀ ਦਿਨਾਂ ਤੋਂ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਸਰ ਉਹਨਾਂ ਕੋਲ ਟਾਈਮ ਮਿਲ ਜਾਵੇ, ਲੇਕਿਨ ਅੱਜ 21 ਫਰਵਰੀ ਦੀ ਦਿਹਾੜ ਦਾ ਸਾਨੂੰ ਟਾਈਮ ਲੱਭ ਹੀ ਗਿਆ। ਤੇ ਅੱਜ ਅਸੀਂ ਨੂੰ ਪੁੱਛਣਾ ਚਾਹਾਂਗੇ ਸਰ ਨੂੰ ਕਿ ਸਰ ਜੀ, ਇਹ ਜਿਹੜਾ 21 ਫਰਵਰੀ ਦਾ ਦਿਨ ਸਾਰੀ ਦੁਨੀਆ ਮਨਾਉਂਦੀ ਏ ਮਾਂ ਬੋਲੀ ਦੇ ਹਿਸਾਬ ਨਾਲ, ਜਿਹਨੂੰ ਮਦਰ ਲੈਂਗੁਏਜ ਕਿਹਾ ਜਾਂਦਾ ਹੈ, ਇਹਦੀ ਕੀ ਹਿਸਟਰੀ ਹੈ, ਕਿੱਥੋਂ ਸ਼ੁਰੂ ਹੋਇਆ ਤੇ ਕਿਵੇਂ ਇਹਦਾ ਕੰਮ ਚੱਲਿਆ? ਜੀ ਸਰ ਜੀ, अस्सलाम वालेकुम। वालेकुम अस्सलाम वरहमतुल्लाह वबरकातुहू औज़ुबिल्लाहि मिनश शैतानिर रजीम बिस्मिल्लाहिर रहमानिर रहीम। असल च ਜਿਹੜਾ 21 ਫੈਬਰੀ ਜਿਹੜਾ ਹੈਗਾ ਉਹ ਯਾਨੀ ਮਦਰ ਟੰਗ ਡੇ ਨੂੰ ਕਿਹਾ ਜਾਂਦਾ, ਯਾਨੀ ਮਾਂ ਬੋਲੀ ਦਿਹਾੜ। ਅਸਲ 'ਚ ਇਹਦੀ ਇਬਤਦਾ ਜਿਹੜੀ ਹੈਗੀ ਹੈ ਉਹ ਹੋਈ ਹੈ ਬੰਗਲਾਦੇਸ਼ ਤੋਂ। ਜਿਸ ਵੇਲੇ ਕਿਹਾ ਗਿਆ ਨਾ ਕਿ ਕੌਮੀ ਜ਼ਬਾਨ ਸਾਰਿਆਂ ਜਗ੍ਹਾ 'ਤੇ ਹੋਵੇਗੀ, ਅਤੇ ਉਸ ਵੇਲੇ ਬੰਗਲਾਦੇਸ਼ ਦੇ ਲੋਕਾਂ ਨੇ ਇਸ ਚੀਜ਼ ਦੇ ਉੱਤੇ ਇhtਜਾਜ ਕੀਤਾ ਕਿ ਨਹੀਂ, ਬੰਗਲਾ ਜਿਹੜੀ ਹੈ ਉਹ ਵੀ ਨਾਲ ਇੱਕ ਜ਼ੁਬਾਨ ਚੱਲੇਗੀ। ਇਹ ਇਹਦਾ ਪਸ ਮੰਜ਼ਰ ਹੈਗਾ। ਅਤੇ ਉਸ ਇhtਜਾਜ ਦੇ ਵਿੱਚ ਕੁਝ ਜੀ ਜਿਹੜੇ ਸਨ ਉਹ ਅੱਲਾ ਨੂੰ ਪਿਆਰੇ ਹੋ ਗਏ, ਸ਼ਹੀਦ ਹੋ ਗਏ। ਅਤੇ ਉੱਥੋਂ ਫਿਰ ਅਕਵਾਮ ਮੁਤਹਿਦਾ ਨੇ ਇਹ ਚੀਜ਼ ਨੂੰ, ਉਸ ਯਾਨੀ ਤਕਰੀਬਨ 50 ਦੀ ਇਹ ਗੱਲ ਹੈਗੀ ਹੈ ਕਿ ਉਹ ਫਿਰ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਇਹ ਪੂਰੇ ਜਗਤ ਦੇ ਉੱਤੇ ਕਿ ਜਿਹੜੀਆਂ ਜ਼ੁਬਾਨਾਂ ਨੇ ਮੁਕਾਮੀ ਜਾਂ ਤੁਹਾਡੀਆਂ ਮਾਂ ਬੋਲੀਆਂ ਜਿਹੜੀਆਂ ਵੀ ਨੇ, ਉਹਨਾਂ ਦਾ ਇੱਕ ਦਿਨ ਰੱਖ ਦਿੱਤਾ ਗਿਆ ਹੈ। ਔਰ ਇਸ ਚੀਜ਼ ਦਾ ਇਹੀ ਪਸ ਮੰਜ਼ਰ ਹੈਗਾ। ਔਰ ਪਾਕਿਸਤਾਨ ਦੇ ਵਿੱਚ ਵੀ ਚੂँਕਿ ਪੰਜਾਬੀ ਨੂੰ ਉਸ ਤਰ੍ਹਾਂ ਦੀ ਮਾਨਤਾ ਨਹੀਂ ਦਿੱਤੀ ਜਾਂਦੀ, ਅਹਿਮੀਅਤ ਨਹੀਂ ਦਿੱਤੀ ਜਾਂਦੀ ਜਿਹਦੀ ਉਹ ਹੱਕਦਾਰ ਹੈਗੀ ਹੈ। ਹਾਲਾਂਕਿ ਇਹ ਕਰੋੜਾਂ ਲੋਕਾਂ ਦੀ ਜ਼ੁਬਾਨ ਹੈ। ਅਟਕ ਤੋਂ ਲੈ ਕੇ ਤੇ ਰਹੀਮ ਯਾਰ ਖਾਂ ਤੱਕ ਇਹਨੂੰ ਬੋਲਣ ਵਾਲੇ, ਸਮਝਣ ਵਾਲੇ ਮੌਜੂਦ ਨੇ। ਜੀ ਸਰ, ਤੁਸੀਂ ਪੰਜਾਬੀ ਬੋਲਣ ਵਾਲਿਆਂ ਨੂੰ, ਪੰਜਾਬੀ ਜ਼ਬਾਨ ਦੇ ਜਿਹੜੇ ਇਸ ਟਾਈਮ ਬੋਲਦੇ ਨੇ ਪੰਜਾਬ 'ਚ ਰਹਿਣ ਵਾਲਿਆਂ ਨੂੰ 21 ਫਰਵਰੀ ਦੇ ਹਿਸਾਬ ਨਾਲ ਕੀ ਮੈਸੇਜ ਦੇਣਾ ਚਾਹੋਗੇ? ਜੀ ਇੱਕ ਮੇਰਾ ਸ਼ੇਰ ਹੈਗਾ ਕਿ ਸਭਾ ਆਪਣੀ ਬੋਲੀ ਬੋਲਣ ਤੂੰ ਕਿਉਂ ਹੋ ਗਿਆ ਹੀਣਾ, ਸਭਾ ਆਪਣੀ ਬੋਲੀ ਬੋਲਣ ਤੂੰ ਕਿਉਂ ਹੋ ਗਿਆ ਹੀਣਾ, ਤੇ ਆਪਣੀ ਬੋਲੀ ਛੱਡ ਕੇ ਬੀਬਾ ਕੀ ਹੈ ਤੇਰਾ ਜੀਣਾ, ਤੇ ਪਾਟਿਆ ਹੋਇਆ ਦਾਮਨ ਤੈਨੂੰ ਆਪੇ ਪਏਗਾ ਸੀਣਾ, ਤੇ ਵੱਧ ਇਸ ਤੋਂ ਕੋਈ ਨਹੀਂ ਦੌਲਤ ਹੋਰ ਅਨਮੋਲ, ਬੋਲ ਪੰਜਾਬੀ ਬੋਲ, ਬੋਲ ਪੰਜਾਬੀ ਬੋਲ, ਬੋਲ ਪੰਜਾਬੀ ਬੋਲ। ਵਾਹ ਜੀ ਵਾਹ, ਬਹੁਤ ਅੱਛੇ। ਤੇ ਸਰ ਜੀ, ਤੁਸੀਂ ਕੋਈ ਸਾਨੂੰ ਕੋਈ ਮਿੱਠਾ ਜਿਹਾ ਕਲਾਮ ਸੁਣਾਓ ਪੰਜਾਬੀ ਦਾ, ਜਿਹੜਾ ਵੀਵਰਸ ਵੇਖਣ ਤੇ ਲੁਤਫ ਅੰਦੋਜ਼ ਹੋਣ। ਜੀ ਮੈਂ ਬਿਲਕੁਲ ਸੁਣਾਵਾਂਗਾ। ਜਿਹੜੇ ਵੀ ਦੋਸਤ ਨੇ, ਜਿੱਥੋਂ ਤੱਕ ਵੀ ਓਵੈਸ ਦੀ ਆਵਾਜ਼ ਜਾ ਰਹੀ ਹੈ, ਔਰ ਮੈਂ ਮੁਬਾਰਕਬਾਦ ਵੀ ਦਿਆਂਗਾ, ਵਧਾਈਆਂ ਪੇਸ਼ ਕਰਨਾ ਵਾ ਕਿ ਉਹਨੇ ਇੱਕ, ਇਹ ਹਮੇਸ਼ਾ ਇਹ ਐਸਾ ਨੌਜਵਾਨ ਹੈਗਾ ਕਿ ਜਿਹੜਾ ਆਰਾਮ ਨਾਲ ਬਹਿਣਾ ਨਹੀਂ ਚਾਹੁੰਦਾ ਹੈਗਾ, ਕੁਝ ਨਾ ਕੁਝ ਕਰਦਾ ਰਹਿੰਦਾ ਹੈ। ਮੈਨੂੰ ਯਾਦ ਹੈ ਕਿ ਇਹਦਾ ਸਫ਼ਰ ਜਿਹੜਾ ਇਹ ਗੱਡੀ ਤੱਕ ਆ ਗਿਆ ਹੈ, ਅਤੇ ਅੱਲਾ ਕਰੇ ਕਿ ਇਹ ਪਿਜਾਰੋ ਤੋਂ ਇਹਦੋਂ ਵੀ ਅੱਗੇ ਜਾਵੇ। ਔਰ ਇਹਦਾ ਆਪਣੀ ਜ਼ੁਬਾਨ ਨਾਲ ਪਿਆਰ ਹੈਗਾ। ਅਤੇ ਮੈਂ ਹਮਦ ਤੋਂ ਸ਼ੁਰੂ ਕਰਨਾ ਵਾ ਕਿ ਅਲਿਫ ਅੱਲਾ ਦੇ ਨਾਮ ਦਾ ਆਸਰਾ ਹੈ, ਮੇਰੀ ਆਪਣੀ ਤੇ ਮਜਾਲ ਕੋਈ ਨਹੀਂ। ਅਲਿਫ ਅੱਲਾ ਦੇ ਨਾਮ ਦਾ ਆਸਰਾ ਹੈ, ਮੇਰੀ ਆਪਣੀ ਤੇ ਮਜਾਲ ਕੋਈ ਨਹੀਂ। ਇੱਕ ਕਮਾਲ ਉਸ ਬਾ ਕਮਾਲ ਦਾ ਏ, ਮੇਰੇ ਵਿੱਚ ਤੇ ਏਡ ਕਮਾਲ ਕੋਈ ਨਹੀਂ। ਤੇ ਨਾਲ ਕਰਮ ਦੇ ਜਿਹਨੂੰ ਉਰੂਜ ਬਖਸ਼ੇ, ਆਉਣਾ ਉਸ ਨੂੰ ਫੇਰ ਜ਼ਵਾਲ ਕੋਈ ਨਹੀਂ। ਸ਼ਹਿਬਾਜ਼ ਉਹ ਕਾਦਰ ਕਦੀਰ ਮੌਲਾ, ਹੋਰ ਕਿਸੇ ਦਾ ਰੋਬ ਜਲਾਲ ਕੋਈ ਨਹੀਂ। ਸ਼ਹਿਬਾਜ਼ ਉਹ ਕਾਦਰ ਕਦੀਰ ਮੌਲਾ, ਹੋਰ ਕਿਸੇ ਦਾ ਰੋਬ ਜਲਾਲ ਕੋਈ ਨਹੀਂ। ਤੇ ਕੌਣ ਕਿਸੇ ਨੂੰ ਯਾਦ ਕਰੇਂਦਾ, ਲੋਕੀ ਭੁੱਲ ਜਾਂਦੇ ਨੇ ਹੌਲੀ ਹੌਲੀ। ਤੇ ਇੱਥੇ ਤੇਰਾ ਕੁਝ ਨਹੀਂ ਬੰਦਿਆ, ਰਾਜ਼ ਖੁੱਲ੍ਹ ਜਾਂਦੇ ਨੇ ਹੌਲੀ ਹੌਲੀ। ਤੇ ਝੂਠ ਨਗੀਨੇ ਲਿਸ਼ਕਾਂ ਮਾਰਨ, ਹੀਰੇ ਮੋਤੀ ਰੁੱਲ ਜਾਂਦੇ ਨੇ ਹੌਲੀ ਹੌਲੀ। ਸ਼ਹਿਬਾਜ਼ ਵੇਲਾ ਨਹੀਂ ਮੁਆਫ ਕਰਦਾ, ਸ਼ਹਿਬਾਜ਼ ਵੇਲਾ ਨਹੀਂ ਮੁਆਫ ਕਰਦਾ। ਤੱਕੜੀ ਤੁੱਲ ਜਾਂਦੇ ਨੇ ਹੌਲੀ ਹੌਲੀ। ਅੱਛਾ ਸਰ, ਅਸੀਂ ਸ਼ੁਰੂ ਤੋਂ ਹੀ ਤੁਹਾਡੇ ਹੱਥਾਂ 'ਚ ਹੀ ਪੜ੍ਹੇ ਹਾਂ ਅਤੇ ਤੁਹਾਡੇ ਕੋਲ ਪੜ੍ਹਦੇ ਵੀ ਰਹੇ ਹਾਂ। ਅਤੇ ਉਹ ਇਹਦਾ ਕਹਿਣ ਦਾ ਮਤਲਬ ਕਿ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ ਮੈਂ ਤੁਹਾਡੇ ਮਕਤਬੇ ਇਕਰਾ 'ਚ ਪੜ੍ਹਦਾ ਰਿਹਾ। ਅਤੇ ਅਸੀਂ ਤੁਹਾਨੂੰ ਗੁਣ ਗਣਾਉਂਦੇ ਹਾਂ ਵੀ ਬੜਾ, ਮਤਲਬ ਕਿ ਉਸ ਚੀਜ਼ ਤੋਂ ਅਸੀਂ ਬੜਾ ਤੁਹਾਨੂੰ ਸੁਣਿਆ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਵਿਊਵਰਸ ਵੀ ਸੁਣਨ ਸਾਡੇ ਸਰ ਦੀ ਆਵਾਜ਼, ਅਤੇ ਆਪਣੀ ਆਵਾਜ਼ 'ਚ ਕੋਈ ਛੋਟੀ ਜਿਹਾ ਸਾਨੂੰ ਕਲਾਮ ਸੁਣਾਓ ਜਾ। ਅੱਲਾ ਜੀ, ਇੱਕ ਕਲਾਮ ਹੈਗਾ ਸ਼ਾਹ ਹੁਸੈਨ ਦਾ ਕਿ ਮਾਏ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ। ਅਤੇ ਮੈਂ ਥੋੜ੍ਹਾ ਜਿਹਾ ਓਵੈਸ ਦੀ ਫਰਮਾਇਸ਼ ਦੇ ਉੱਤੇ, ਮਾਏ ਨੀ ਮੈਂ ਕਿਹਨੂੰ ਆਖਾਂ, ਮਾਏ ਨੀ ਮੈਂ ਕਿਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ। ਮਾਏ ਨੀ ਮੈਂ ਕਿਹਨੂੰ ਆਖਾਂ, ਦੁੱਖਾਂ ਦੀ ਰੋਟੀ
ਸੂਲਾਂ ਦਾ ਸਾਲਨ, ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਨ, ਆਹੀਂ ਦਾ ਬਾਲਨ ਬਾਲਨੀ, ਮਾਏ ਨੀ ਮੈਂ ਕਿਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ। ਜੰਗਲ ਬੇਲੇ ਫਿਰਾਂ ਮੈਂ ਢੂੰਢੇਂਦੀ, ਜੰਗਲ ਬੇਲੇ ਫਿਰਾਂ ਮੈਂ ਢੂੰਢੇਂਦੀ, ਅਜੇ ਨਾ ਪਾਇਓ ਲਾਲਨੀ, ਮਾਏ ਨੀ ਮੈਂ ਕਿਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ। ਅੱਛਾ ਸਰ ਜੀ, ਅਕਸਰ ਇੱਕ ਗੱਲ ਕੀਤੀ ਜਾਂਦੀ ਹੈ ਕਿ ਆਪਣੀ ਜਿਹੜੀ ਵੀ ਲੋਕ ਆਉਂਦੇ ਨੇ, ਅਕਸਰ ਛੋਟੇ ਲੋਕ ਵੀ ਇਹ ਗੱਲ ਕਰਦੇ ਨੇ ਕਿ ਜਿਹੜੀ ਤਾਲੀਮ ਜਿਹੜੀ ਆਪਣੀ ਮਾਂ ਬੋਲੀ 'ਚ ਹੋਣੀ ਚਾਹੀਦੀ ਹੈ। ਇਹ ਹਰ ਇੱਕ ਆਮ ਬੰਦੇ ਦਾ ਵੀ ਸਵਾਲ ਹੈ ਕਿ ਸਾਡੇ ਉੱਤੇ ਇੰਗਲਿਸ਼ ਲਾਗੂ ਕੀਤੀ ਹੋਈ ਹੈ, ਸਾਡੇ ਉੱਤੇ ਦੂਸਰੀਆਂ ਅਦਰ ਜ਼ਬਾਨਾਂ ਜਿਹੜੀਆਂ ਨੇ ਇਹ ਸਾਡੇ ਉੱਤੇ ਇੱਕ ਬੋਝ ਨੇ। ਅਤੇ ਤੁਸੀਂ ਕੀ ਸਮਝਦੇ ਜੀ ਕਿ ਉਹ ਇਸ ਅਗਰ ਪੰਜਾਬੀ ਵਿੱਚ ਤਾਲੀਮ ਕੀਤੀ ਜਾਵੇ ਤਾਂ ਉਹਦਾ ਆਮ ਆਦਮੀ ਨੂੰ ਅਤੇ ਬੱਚੇ ਨੂੰ ਕੀ ਫਾਇਦਾ ਹੋਏਗਾ? ਜੀ ਬਿਲਕੁਲ। ਜਿਹੜੇ ਨਫਸੀਆਤਦਾਨ ਨੇ ਨਾ, ਉਹ ਕਹਿੰਦੇ ਨੇ ਕਿ ਬੱਚੇ ਦੇ ਜ਼ਿਹਨ ਦੇ ਵਿੱਚ ਖਾਸ ਖਾਨਾ ਹੁੰਦਾ ਜਿਹੜਾ ਤਕਰੀਬਨ ਜਿਹੜੀ ਉਹਦੀ ਇਬਤਦਾਈ ਉਮਰ ਹੁੰਦੀ ਹੈ ਨਾ, ਉਹਦੇ ਵਿੱਚ ਉਹ ਚੀਜ਼ਾਂ ਨੂੰ ਕੈਚ ਕਰ ਰਿਹਾ ਹੁੰਦਾ ਜਾਂ ਚੀਜ਼ਾਂ ਨੂੰ ਅੰਦਰ ਖਿੱਚ ਰਿਹਾ ਹੁੰਦਾ ਹੈ। ਅਤੇ ਅਗਰ ਉਹ ਚੀਜ਼ਾਂ ਉਸ ਵੇਲੇ ਉਹਨੂੰ ਆਪਣੀ ਮਾਂ ਬੋਲੀ 'ਚ ਨਾ ਮਿਲਣ ਤਾਂ ਉਹਦਾ ਮਤਲਬ ਹੈਗਾ ਕਿ ਉਹਦਾ ਇੱਕ ਹਿੱਸਾ ਅਧੂਰਾ ਰਹਿ ਜਾਂਦਾ। ਦੂਜੀ ਗੱਲ ਹੁੰਦੀ ਕਿ ਜ਼ੁਬਾਨ ਦਾ ਤਾਲੁਕ ਚੁੱਕੇ ਮੁਆਸ਼ ਨਾਲ ਹੁੰਦਾ ਹੈ, ਅਤੇ ਸਾਡਾ ਜਿਹੜਾ ਮੁਆਸ਼ਰਾ ਹੈਗਾ ਸਾਡਾ ਪੰਜਾਬੀ ਹੈਗਾ, ਸਾਡੀ ਰਹਿਤਲ ਪੰਜਾਬੀ ਹੈਗੀ ਹੈ। ਅਤੇ ਪੰਜਾਬੀ ਦੇ ਵਿੱਚ ਜਦੋਂ ਸਾਡੇ ਕੋਲ ਸਾਡਾ 800 ਸਾਲ ਵਿਰਸਾ ਹੈਗਾ ਆਪਣਾ ਬਾਬਾ ਫਰੀਦ ਗੰਜੇ ਸ਼ਕਰ ਰਹਿਮਤੁল্ਲਾਹ ਅਲੈਹ ਤੋਂ ਲੈ ਕੇ, ਅਤੇ ਅੱਜ ਵੀ ਪੰਜਾਬੀ ਦੇ ਵਿੱਚ ਕਿੱਸਾ ਲਿਖਿਆ ਜਾ ਰਿਹਾ ਹੈ। ਹੁਣ ਵੀ ਆਪਣਾ ਬਸ਼ੀਰ ਨਾਤਕ ਨੇ ਮੰਜ਼ੂਮ ਸੀਰਤੁਲ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਕਿਤਾਬ ਲਿਖ ਛੱਡੀ ਹੈ, ਔਰ ਇਹਦਾ ਮਤਲਬ ਹੈ ਕਿ ਐਡਾ ਇਹ ਅਮੀਰ ਇੱਕ ਰਹਿਤਲ ਹੈਗੀ ਹੈ। ਅਤੇ ਬੱਚਾ ਜਦੋਂ ਉਹ ਕੁਕੜੀ ਪਕਾਨਾ, ਸਾਡੇ ਡੀਫੇ, ਪੌਲੇ, ਲਿੱਤਰ ਛਿੱਤਰ, ਘਰ ਹਾਂਡੀਆਂ, ਠੀਕ ਹੈ ਨਾ, ਪਰਾਤਾਂ, ਤਵੇ, ਉਹ ਚੀਜ਼ਾਂ ਸਾਡੇ ਕੋਲ ਆਲੇ ਦੁਆਲੇ ਪਈਆਂ ਹੋਈਆਂ ਨੇ। ਵਿੱਚ ਸਾਰੇ ਜਹਾਨ ਕੋਈ ਨਹੀਂ, ਕੱਲ੍ਹ ਨੂੰ ਕਵੇ ਨਾ ਕੋਈ ਜ਼ੁਬਾਨ ਵਾਲਾ, ਬੇਜ਼ੁਬਾਨਿਆ ਤੇਰੀ ਜ਼ੁਬਾਨ ਕੋਈ ਨਹੀਂ। ਅੱਛਾ ਸਰ ਜੀ, ਇੱਕ ਚੀਜ਼ ਦੱਸੋ ਕਿ ਜਿਵੇਂ ਆਖਿਆ ਜਾਂਦਾ ਕਿ ਉਰਦੂ ਇੱਕ ਬਹੁਤ ਅਦਬ ਵਾਲੀ ਜ਼ਬਾਨ ਹੈ। ਜਿਸ ਤਰ੍ਹਾਂ ਕਿ ਆਖਿਆ ਜੀ ਆਪ, ਤੁਮ ਵਗੈਰਾ ਵਗੈਰਾ ਲਫ਼ਜ਼ ਯੂਜ਼ ਕੀਤੇ ਜਾਂਦੇ ਉਹਦੇ ਵਿੱਚ। ਅਤੇ ਜੇ ਅਸੀਂ ਕਿਸੇ ਨੂੰ ਪੰਜਾਬੀ ਹੋਣ ਦੇ ਨਾਤੇ ਕਹਿ ਦਈਏ ਯਾਰ ਤੂੰ ਕੀ ਕਰਦਾ ਪਿਆ, ਤੈਨੂੰ ਮੈਂ ਇਹ ਗੱਲ ਆਖੀ ਸੀ, ਤਾਂ ਉਹ ਗੁੱਸਾ ਕਰ ਜਾਂਦਾ ਵੀ ਤੈਨੂੰ ਕਿਉਂ ਆਖਿਆ, ਤੂੰ ਕਿਉਂ ਆਖਿਆ। ਇਹਨਾਂ ਦੀ ਜਰਾ ਵੰਡ ਕੱਢੋ ਕਿ ਪੰਜਾਬੀ ਦੇ ਲਫ਼ਜ਼ ਨੇ ਅਤੇ ਲੋਕ ਗੁੱਸਾ ਕਿਉਂ ਕਰਦੇ ਨੇ ਇਸ ਚੀਜ਼ ਦਾ। ਅਸਲ ਗੱਲ ਤਾਂ ਹੁੰਦੀ ਕਿ ਉਹਦੇ ਲਹਿਜੇ ਦੇ ਉੱਤੇ ਹੁੰਦੀ ਹੈ। ਉਹ ਉਰਦੂ ਦਾ ਇੱਕ ਸ਼ੇਰ ਹੈ ਨਾ ਕਿ ਰੰਜ ਕੀ ਜਬ ਗੁਫ਼ਤਗੂ ਹੋਣੇ ਲੱਗੀ, ਆਪ ਸੇ ਤੁਮ ਸੇ ਤੂੰ ਹੋਣੇ ਲੱਗੀ। ਮਸਲਨ ਅਸੀਂ ਤੂੰ ਵੀ ਬੋਲਨੇ ਹਾਂ, ਤੈਨੂੰ ਵੀ ਬੋਲਨੇ ਹਾਂ, ਤੁਹਾਨੂੰ ਵੀ ਬੋਲਨੇ ਹਾਂ। ਤੁਹਾਨੂੰ ਜ਼ਰਾ ਅਦਬ 'ਚ ਆ ਜਾਂਦਾ ਹੈ, ਜ਼ਰਾ ਥੋੜ੍ਹਾ ਜਿਹਾ ਤੁਸੀਂ ਕਹਿ ਲਓ ਕਿ ਜਿਹਦੇ 'ਚ ਤਮੱਦਨ ਆ ਜਾਂਦਾ। ਇੱਕ ਰਹਿਤਲ ਦਾ, ਇੱਕ ਵਸੇਬ ਦਾ, ਇੱਕ ਪੜ੍ਹਿਆ ਬੰਦਾ ਜਿਹੜਾ ਹੈਗਾ ਉਹ ਹਮੇਸ਼ਾ ਉਹ ਗੱਲ ਨੂੰ ਦੂਜੇ ਤਰੀਕੇ ਨਾਲ ਤੁਸੀਂ ਕਰਾਂਗਾ। ਅਸੀਂ ਕਦੀ ਵੀ ਤੂੰ ਨੂੰ ਜ਼ਰਾ ਇੱਕ ਆਮ ਲਹਿਜਾ ਹੋ ਜਾਂਦਾ ਹੈ, ਉਹ ਪਿਆਰ ਦਾ ਵੀ ਇੱਕ ਲਹਿਜਾ ਕਰ ਸਕਦੇ ਹਾਂ ਅਸੀਂ, ਲੇਕਿਨ ਹਰ ਜ਼ੁਬਾਨ ਦੇ ਵਿੱਚ ਅਦਬ ਔਰ ਉਹਦੇ ਤਕਾਜ਼ੇ ਮੌਜੂਦ ਹੁੰਦੇ ਨੇ। ਇੰਗਲਿਸ਼ ਵਾਲਿਆਂ ਦੇ ਕਦੀ ਨਹੀਂ ਕਿਹਾ, ਉਹਨਾਂ ਕੋਲ ਤਾਂ ਉਹਨਾਂ ਦੇ ਸਾਰੇ ਲਫ਼ਜ਼ ਉਹੀ ਨੇ ਜਿਹੜੇ ਉਹਨਾਂ ਦੇ ਆਪਣਾ ਹੈ ਨੇ, ਆਈ ਏ, ਵੀ ਏ, ਯੂ ਏ, ਦੇ ਆ, ਹੀ, ਸ਼ੀ, ਇਟ ਏ, ਇਹ ਤੋਂ ਇਲਾਵਾ ਤਾਂ ਉਹਨਾਂ ਕੋਲ ਕੋਈ ਵੀ ਨਹੀਂ ਗਾ, ਠੀਕ ਹੈ ਨਾ। ਉਹਨਾਂ ਨੇ ਉਹਦੇ ਨਾਲ ਫਿਰ ਉਹ ਕੀ ਆਰਟੀਕਲ ਇਸਤੇਮਾਲ ਵਰਤਦੇ ਨੇ। ਅਤੇ ਇਸੇ ਤਰ੍ਹਾਂ ਪੰਜਾਬੀ ਦੇ ਵਿੱਚ ਵੀ ਗਾ, ਇਹ ਤਾਂ ਅਸਲ ਤੁਹਾਡੇ ਉੱਤੇ ਲਹਿਜੇ ਦੇ ਉੱਤੇ ਹੁੰਦਾ ਹੈ। ਜਿਵੇਂ ਬੰਦਾ ਦਾ ਸ਼ਾਬਾਸ਼ ਏ ਵਈ, ਹਾਲਾਂਕਿ ਮੈਂ ਕਹਾਂਗਾ, ਮੈਂ ਤੈਨੂੰ ਕਹਾਂਗਾ ਬੱਲੇ ਵੀ ਜਣਿਆ, ਸ਼ਾਬਾਸ਼ ਏ ਵੀ ਤੇਰੇ, ਤੂੰ ਇਹ ਬੜਾ ਕੰਮ ਕੀਤਾ। ਅਤੇ ਜੇ ਕੋਈ ਉਂਝ ਕਵੇ ਤਾਂ ਉਹ ਲਹਿਜਾ ਹੁੰਦਾ ਅਸਲ 'ਚ, ਯਾਨੀ ਤੁਹਾਡਾ ਜਿਹੜਾ ਲਹਿਜਾ ਹੈ ਨਾ ਉਹ ਤੁਹਾਨੂੰ ਦੱਸਦਾ ਹੈ ਕਿ ਉਹ ਕਿਵੇਂ ਦਾ ਬੰਦਾ ਹੈਗਾ। ਅਗਲੀ ਤੁਸੀਂ ਜਿਹੜਾ ਅੱਖਰ ਬੋਲਿਆ ਉਹ ਕਿਵੇਂ ਦਾ ਬੋਲਿਆ ਹੈ। ਬਸ ਬੰਦੇ ਆਮ ਜੀ ਗੱਲ ਕਰਨ ਤੋਂ ਬੰਦਾ ਅਗਲਾ ਜਿਹੜਾ ਨਾ ਉਹ ਰੋਣ ਹਾਕਾ ਹੋ ਜਾਂਦਾ ਹੈ, ਉਹਨੂੰ ਪਤਾ ਨਹੀਂ ਲੱਗਦਾ ਹੈਗਾ। ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਕਿ ਫਲਾਂ ਜ਼ੁਬਾਨ 'ਚ, ਹਰ ਜ਼ੁਬਾਨ 'ਚ ਅਦਬ ਹੈਗਾ। ਅਸੀਂ ਤਾਂ ਇਹ ਚੀਜ਼ ਦੇ ਕਾਇਲ ਹੈਗੇ ਕਿ ਉਹ ਜਿਵੇਂ ਉਸਤਾਦ ਦਾਮਨ ਨੇ ਕਿਹਾ ਨਾ ਕਿ ਉਰਦੂ ਦਾ ਮੈਂ ਦੋਖੀ ਨਹੀਂ, ਦੁਸ਼ਮਣ ਨਹੀਂ ਆਪਣਾ ਕਿਸੇ ਹੋਰ ਜ਼ੁਬਾਨ ਦਾ, ਮੇਰੇ ਦਿਲ ਦੀ ਬੋਲੀ ਪੁੱਛਦੇ ਹੋ, ਹਾਂ ਜੀ ਹਾਂ ਪੰਜਾਬੀ ਹੈ। ਅਤੇ ਉਹ ਸਾਡੇ ਤਾਂ ਸਾਰਿਆਂ ਨੇ ਹੀ ਉਹ ਜਿਹੜਾ ਉਹਦੇ 'ਚ ਲਿਖਿਆ, ਬਲਕਿ ਮੈਂ ਇੱਕ ਦੌਰ 'ਚ ਉਹ ਲਿਖਦਾ ਹੁੰਦਾ ਸੀ, ਮੈਨੂੰ ਹੁਣ ਵੀ ਪੁੱਛਦੇ ਨੇ ਸੁਣ ਮੰਠਾਰ ਪੰਜਾਬੀ, ਪੜ੍ਹ ਅਖਬਾਰ ਪੰਜਾਬੀ।
ਤੇ ਲੇਕਿਨ ਮੁਸੀਬਤ ਇਹ ਹੈਗਾ ਕਿ ਹੁਣ ਪੰਜਾਬੀਆਂ ਨੇ ਜਦੋਂ ਆਪ ਹੀ ਪੰਜਾਬੀ ਪੜ੍ਹਨੀ ਛੱਡ ਦਿੱਤੀ ਹੈ, ਸਾਡੇ ਉੱਤੇ ਹਮੇਸ਼ਾ ਇਹੀ ਜਿਹੜੀ ਨਾ ਉਹ ਲੱਗਦੀ ਹੈ, ਲਓ ਜੀ ਤੁਸੀਂ ਮੇਰਾ ਪੰਜਾਬੀ 'ਚ ਗੱਲ ਕਰਦੇ ਜੇ। ਤੇ ਮੈਂ ਆਨਾ ਨਾ ਕਿ ਯਾਰ ਮੈਂ ਉਰਦੂ ਵੀ ਪੜ੍ਹੀ ਹੋਈ ਹੈ, ਮੈਂ ਵਲੀ ਦੱਕਣੀ ਤੋਂ ਲੈ ਕੇ ਅੱਜ ਤੱਕ ਦੇ ਜਿੰਨੇ ਸ਼ੌਰਾ ਨੇ ਮੈਂ ਸਾਰੇ ਪੜ੍ਹੇ ਹੋਏ ਨੇ, ਪੰਜਾਬੀ ਵੀ ਪੜ੍ਹੇ ਨੇ ਅਲਹਮਦੁਲਿਲਾ। ਲੇਕਿਨ ਜਿਹੜੀ ਮੇਰੀ ਮਾਂ ਬੋਲੀ ਹੈ, ਜਿਹੜੀ ਮੇਰੀ ਮਾਦਰੀ ਜ਼ੁਬਾਨ ਹੈਗੀ ਹੈ, ਉਹ ਤੇ ਪੰਜਾਬੀ ਹੈਗੀ ਹੈ, ਠੀਕ ਹੈ ਨਾ। ਅੱਛਾ ਸਰ ਜੀ, ਜਿਹੜੇ ਸਾਡੇ ਸਰਾਕੀ ਵੀਰ ਨੇ, ਹਾਂਜੀ ਹਾਂਜੀ, ਉਹਨਾਂ ਦਾ ਵੀ ਇੱਕ ਰੌਲਾ ਹੈ ਕਿ ਵੀ ਸਾਡਾ ਇੱਕ ਵੱਖਰਾ ਸੂਬਾ ਬਣਾਇਆ ਜਾਓ, ਮਤਲਬ ਕਿ ਇੱਕ ਵੱਖਰੀ ਵੰਡ ਕੱਢਣਾ ਚਾਹੁੰਦੇ ਨੇ ਉਹ ਵੀ, ਕਿ ਸਰਾਕੀ ਜਿਹੜੀ ਇਹ ਵੀ ਕੋਈ ਪੰਜਾਬੀ ਦਾ ਹਿੱਸਾ ਹੀ ਕਿ ਵੱਖਰੀ ਜ਼ਬਾਨ ਹੈ। ਗੱਲ ਇਹ ਹੁੰਦੀ ਜੀ ਕਿ ਇਹ ਸਰਾਇਕੀ ਦਾ ਜਿਹੜਾ ਲਫ਼ਜ਼ ਹੈ ਕੋਈ ਐਡਾ ਕਦੀਮ ਤਾਂ ਨਹੀਂ ਗਾ, ਲੇਕਿਨ ਉਹਨਾਂ ਨੇ ਇੱਕ ਉਹਨੂੰ ਸ਼ਕਲ ਦੇ ਦਿੱਤੀ ਹੈ। ਦੇਖੋ ਇੰਤਜ਼ਾਮੀ ਤੌਰ 'ਤੇ ਸੂਬੇ ਹਮੇਸ਼ਾ ਬਣਦੇ ਰਹੇ ਨੇ, ਅਸੀਂ ਇੰਤਜ਼ਾਮੀ ਤੌਰ 'ਤੇ ਕਦੀ ਵੀ ਮੁਖਾਲਫਤ ਮੈਂ ਤਾਂ ਨਹੀਂ ਕੀਤੀ ਗਈ, ਲੇਕਿਨ ਮੈਂ ਇਹ ਆਨਾ ਕਿ ਯਾਰ ਜਿਹੜੀ ਤੁਹਾਡੀ ਵਸੇਬ ਹੈ ਨਾ ਉਹਨੂੰ ਤੁਸੀਂ ਉੱਥੋਂ ਤੱਕ ਰੱਖੋ ਕਿ ਨਫ਼ਰਤਾਂ ਨਾ। ਸਰਾਇਕੀ ਦਾ ਮਤਲਬ ਹੁੰਦਾ ਪੰਜਾਬ ਨੂੰ ਪੰਜਾਬੀ ਦਾ ਨਾਂ ਕਿਸੇ ਨੇ ਨਹੀਂ ਦਿੱਤਾ ਹੈਗਾ, ਬਲੋਚ ਨੂੰ ਬਲੋਚੀ ਦਾ ਨਾਂ ਕਿਸੇ ਨੇ ਨਹੀਂ ਦਿੱਤਾ ਹੈਗਾ, ਠੀਕ ਹੈ ਨਾ। ਇਸੇ ਤਰ੍ਹਾਂ ਜਿਹੜੀ ਸਾਡੀ ਸਰਹੱਦੀ ਬੋਲੀ ਗਈ ਹੈ ਪਸ਼ਤੋ ਜਿਹੜੀ ਗਈ ਹੈ, ਉਹਨੂੰ ਕਿਸੇ ਨੇ ਨਹੀਂ, ਇੱਕ ਵਰਤਾਰਾ ਚੱਲਦਾ ਰਿਹਾ। ਮੈਂ ਉੱਥੇ ਗਿਆ ਵਾਂ, ਮੈਂ ਪ੍ਰੋਗਰਾਮ ਵੀ ਕੀਤੇ ਨੇ, ਮੈਨੂੰ ਕਿਸੇ ਇੱਕ ਬੱਚੇ ਕੋਲੋਂ ਵੀ ਸਰਾਇਕੀ ਦਾ ਇੱਕ ਸ਼ੇਰ ਵੀ ਅੱਜ ਤੱਕ ਨਹੀਂ ਉਹ ਕਿਸੇ ਬੱਚੇ ਨੇ ਪੂਰਾ ਆਇਆ, ਠੀਕ ਹੈ ਨਾ। ਮੈਂ ਜਦ ਕਿ ਉਹਨਾਂ ਨੂੰ ਉੱਥੇ ਸੁਣਾ ਕੇ ਆਇਆ ਵਾਂ। ਇਹ ਮਕਤਬ ਇਦਾਰੇ ਗਵਾਰਾਂ ਦੇ ਹੱਥ ਵਿੱਚ, ਇਹ ਸਿਆਸਤ ਬੁੱਢੜੇ ਮਕਾਰਾਂ ਦੇ ਹੱਥ ਵਿੱਚ, ਖੁਦਾ ਇਸ ਮੁਲਕ ਨੂੰ ਸਲਾਮਤ 'ਚ ਰੱਖੇ, ਇਹ ਸ਼ੀਸ਼ੇ ਦਾ ਘਰ ਇਹ ਲੋਹਾਰਾਂ ਦੇ ਹੱਥ ਵਿੱਚ। ਮੈਂ ਉੱਥੇ ਉਹਨਾਂ ਨੂੰ ਖਲੋ ਕੇ ਰਹੀਮੀ ਆਰਗਾ ਖਲੋ ਕੇ, ਜਿਹੜਾ ਪੂਰਾ ਇੱਕ ਉਸ ਚੀਜ਼ ਦਾ ਇਲਾਕਾ ਹੈਗਾ, ਮੈਂ ਉੱਥੇ ਉਹਨਾਂ ਨੂੰ ਦੱਸਿਆ ਕਿ ਯਾਰ ਭਲਾ ਖੁਸ਼ੀਆਂ ਕਈ ਕੋ ਚੱਕ ਪੈਂਦੀਆਂ ਨੇ, ਕੋਈ ਖੁਸ਼ੀ ਠੁਕਰਾ ਪਤਾ ਲੱਗ ਵੇਂਦੇ, ਜਿਹੜੀ ਚੀਖ ਪੁਕਾਰ ਕੋ ਮਕਰ ਆਂਦਾ ਹੈ ਇਹ ਤੂੰ ਚਾ ਬਣਾ ਪਤਾ ਲੱਗ ਵੇਂਦੇ, ਜੇ ਰੋਵਣ ਆਪਣੇ ਵੱਸ ਹੋਵੇ ਤੂੰ ਰੋ ਦਿਖਲਾ ਪਤਾ ਲੱਗ ਵੇਂਦੇ, ਜਿਵੇਂ ਉਮਰ ਨਿਭੀ ਹੈ ਸ਼ਾਕਿਰ ਦੀ ਇੱਕ ਮਿੰਟ ਨਿਭਾ ਪਤਾ ਲੱਗ ਵੇਂਦੇ। ਮੈਂ ਅੱਛਾ ਸਰ ਜੀ, ਮੈਂ ਕਾਫੀ ਦੇਰ ਤੋਂ ਮੇਰੇ ਜ਼ਿਹਨ 'ਚ ਤੁਹਾਡਾ ਇੱਕ ਸ਼ੇਰ ਆ ਰਿਹਾ ਕਿ ਤੁਸੀਂ ਸੁਣਾਇਆ ਸੀ ਕਿ ਮੈਂ ਹਵਾਵਾਂ ਵਿੱਚ ਕਿਵੇਂ ਉੱਡਦਾ ਸ਼ਹਿਬਾਜ਼, ਮੇਰੇ ਪੈਰ ਧਰਤੀ ਫੜੇ ਹੋਏ ਨੇ। ਮੈਂ ਤਾਂ ਹੁਣ ਆਪਣੇ ਕੋਲੋਂ ਉਹਨੂੰ ਆਖਿਆ, ਮੈਨੂੰ ਸਮਝ ਨਹੀਂ ਪੂਰਾ ਕੀ ਸੀ ਉਹ ਸ਼ੇਰ, ਇੱਕ ਵਾਰੀ ਸੁਣਾਓ। ਉਹ ਬੜਾ ਹੀ ਪਿਆਰਾ ਸ਼ੇਰ ਹੈ ਤੁਹਾਡਾ। ਅਸਲ ਉਹ ਇੰਜ ਸੀ ਕਿ ਉਹ ਪੂਰਾ ਮੈਂ ਕਰ ਦੇਣਾ ਕਿ ਹੱਥ ਫੁੱਲਾਂ ਵੱਲ ਵਧਾਇਆ ਤੇ ਪਤਾ ਲੱਗਾ, ਹੱਥ ਫੁੱਲਾਂ ਵੱਲ ਵਧਾਇਆ ਤੇ ਪਤਾ ਲੱਗਾ, ਦਾਮਨ ਕੰਡਿਆਂ ਵਿੱਚ ਅੜੇ ਹੋਏ ਨੇ, ਤੇ ਇੱਥੇ ਚਿੱਟਾ ਕਫਨ ਵੀ ਮਿਲਦਾ ਨਾਲ ਨਸੀਬਾਂ, ਲੱਖ ਹੀਰੇ ਮੋਤੀ ਜੜੇ ਹੋਏ ਨੇ, ਤੇ ਅਸਾਂ ਤੇ ਕੁਝ ਵੀ ਆਖਿਆ ਨਹੀਂ, ਖੌਰੇ ਕਿਹੜੀ ਗੱਲ ਤੋਂ ਸੜੇ ਹੋਏ ਨੇ, ਹਵਾਵਾਂ 'ਚ ਕਿਵੇਂ ਸ਼ਹਿਬਾਜ਼ ਉੱਡਦਾ, ਮੇਰੇ ਪੈਰ ਧਰਤੀ ਫੜੇ ਹੋਏ ਨੇ। ਯਾਨੀ ਇੱਥੇ ਇੱਕ ਮੈਂ ਆਪਣੇ ਨਾਂ ਨੂੰ ਇੱਕ ਇਸਤੇਮਾਲ ਕੀਤਾ ਹੈ ਕਿ ਉਹ ਸ਼ਹਿਬਾਜ਼ ਜਿਹੜਾ ਉਹ ਚੁੱਕੇ ਦਾ ਤਲਕ ਤੇ ਇਸ ਧਰਤੀ ਨਾਲ ਹੈਗਾ, ਤੇ ਉਹ ਉੱਚਾ ਕਿਵੇਂ ਉੱਡ ਸਕਦਾ ਹੈ, ਉਹ ਤੇ ਇਸ ਧਰਤੀ ਦਾ ਹੈਗਾ, ਇਸ ਧਰਤੀ ਦੇ ਵਿੱਚ ਉਹਨੇ ਸਮੋ ਜਾਣਾ ਹੈ। ਇਹਦਾ ਸਾਰਾ ਹੈਗਾ ਪਸ ਮੰਜ਼ਰ। ਅੱਛਾ ਸਰ ਜੀ, ਕਿ ਜੋ ਜਿਹੜੀ ਪੰਜਾਬੀ ਜ਼ਬਾਨ ਹੈ ਇਸ ਵੇਲੇ, ਇਹਦੇ ਨਾਲ ਉਹ ਇਨਸਾਫ ਹੋ ਰਿਹਾ ਜਿਹੜਾ ਇੱਕ ਜ਼ਬਾਨ ਨਾਲ ਹੋਣਾ ਚਾਹੀਦਾ? ਨਹੀਂ, ਇਹ ਮੈਂ ਹਮੇਸ਼ਾ ਇਹ ਗੱਲ ਕਰਾਂਗਾ, ਕਿਉਂਕਿ ਮੈਂ ਅੱਗੇ ਵੀ ਇਹ ਗੱਲ ਕੀਤੀ ਕਿ ਸਾਡੇ ਅੰਦਰ ਕੋਈ ਐਸਾ ਤਸੱਬੁਬ ਨਹੀਂ ਗਾ, ਕੋਈ ਕਿਸੇ ਦੇ ਖਿਲਾਫ ਨਫ਼ਰਤ ਨਹੀਂ ਗੀ। ਉਰਦੂ ਸਾਡੀ ਰਾਬਤੇ ਦੀ ਜ਼ੁਬਾਨ ਹੈ। ਜਦੋਂ ਮੈਂ ਸਿੰਧ ਜਾਂਦਾ ਵਾਂ ਤਾਂ ਮੈਨੂੰ ਉਰਦੂ ਉੱਥੇ ਮੈਨੂੰ ਬੋਲਣੀ ਪੈਂਦੀ, ਔਰ ਮੇਰੇ ਜਿਹੜੇ ਸਾਰੇ ਅਹਿਬਾਬ ਹੁੰਦੇ ਨੇ ਉਹ ਸੁਣਨ ਵਾਲੇ ਉਹ ਸਾਰੇ ਸਮਝ ਰਹੇ ਹੁੰਦੇ ਨੇ। ਪਠਾਣਾ ਨਾਲ ਮੈਂ ਗੱਲ ਕਰਨਾ ਵਾਂ ਜਾਂ ਜਿਹੜੇ ਹੋਰ ਨੇ, ਲੇਕਿਨ ਜਿਹੜਾ ਮੁਸੀਬਤ ਹੈਗੀ ਕਿ ਜਿਹੜੀ ਚੀਜ਼ ਹੈ ਕਿ ਸਾਡਾ ਜਦੋਂ 1948 ਦੇ ਵਿੱਚ ਪਹਿਲੀ ਸਾਡੀ ਜਿਹੜੀ ਤਲੀਮੀ ਕਾਨਫਰੰਸ ਹੋਈ ਹੈ, ਉਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਕਿ ਜਿਹੜੀਆਂ ਮੁਕਾਮੀ ਜ਼ਬਾਨਾਂ ਨੇ ਉਹਨਾਂ ਨੂੰ ਅਹਿਮੀਅਤ ਦਿੱਤੀ ਜਾਵੇਗੀ, ਉਹਨਾਂ ਨੂੰ ਅਹਿਮੀਅਤ ਦਿੱਤੀ ਜਾਵੇਗੀ, ਤੇ ਉਹ ਅਹਿਮੀਅਤ ਪੰਜਾਬੀ ਨੂੰ ਨਾ ਮਿਲ ਸਕੀ। ਇਹ ਦੇਖੋ ਨਾ, ਸਰਹੱਦ ਵਾਲੇ ਆਪਣੀ ਪਸ਼ਤੋ ਵਿੱਚ ਪੜ੍ਹ ਰਹੇ ਨੇ, ਬਲੋਚੀ ਜਿਹੜੇ ਨੇ ਉਹ ਆਪਣੀ ਬਲੋਚੀ 'ਚ ਪੜ੍ਹ ਰਹੇ ਨੇ, ਔਰ ਸਿੰਧ ਦੇ ਵਿੱਚ ਤੇ ਤੁਸੀਂ ਸਾਦਕਾਬਾਦ ਟੱਪਦਿਆਂ ਨਾਲ ਹੀ ਉਹਨਾਂ ਦੀ ਜ਼ੁਬਾਨ ਸ਼ੁਰੂ ਹੋ ਜਾਂਦੀ ਹੈ, ਔਰ ਉਹ ਸਾਰੇ ਉਹਦੇ ਸਿੰਧੀ ਵਿੱਚ ਹੈਗੇ ਨੇ, ਤੁੰਜੋ ਨਾਲੇ ਛਾਏ ਮੁੰਜੋ ਨਾਲੇ ਹੀ ਆਹੇ ਹੀ ਛਾਹ ਪੇ ਕਰਿਓ, ਔਰ ਇੰਨੇ ਖੂਬਸੂਰਤ ਉਹਦੇ ਲਫ਼ਜ਼ ਨੇ, ਮੈਨੂੰ ਤਾਂ ਹਮੇਸ਼ਾ ਬੜੇ ਅੱਛੇ ਲੱਗਦੇ ਨੇ। ਇਸੇ ਤਰ੍ਹਾਂ ਪੰਜਾਬੀ ਨੂੰ ਹੱਤਾ ਕਿ ਮੈਂ ਇੱਕ ਦਫਾ ਸਿਆਸੀ ਤੌਰ 'ਤੇ ਕਿਸੇ ਜਗ੍ਹਾ 'ਤੇ ਖੜ੍ਹਾ ਸੀ, ਉਹ ਮੈਂ ਚੁੱਕਿਆ ਹੁਣ ਸਿਆਸਤ ਨੂੰ ਨਹੀਂ ਇੰਨਾ ਕਰਦਾ ਅੱਗੇ, ਕਿਉਂਕਿ ਮੇਰਾ ਜੇਲ੍ਹ ਜਾਣ ਦਾ ਹੁਣ ਕੋਈ ਪ੍ਰੋਗਰਾਮ ਨਹੀਂ ਗਾ, ਮੈਂ ਅੱਗੇ ਬੜੀ ਮੁਸ਼ਕਿਲ ਬਚਿਆ ਵਾ। ਤੇ ਉੱਥੇ ਖਲੋ ਕੇ ਮੈਂ ਇਕੱਲਾ ਬੰਦਾ ਸੀ, ਹਾਲਾਂਕਿ ਸਾਰੇ ਪੰਜਾਬੀ ਨੇ। ਅੱਜ ਜਿਹੜੇ ਪੰਜਾਬੀ ਦੀ ਗੱਲ ਕਰਨ ਰਹੇ ਨੇ, ਜਿਵੇਂ ਉਹਨੇ ਸ਼ੇਰ ਪੜ੍ਹਿਆ ਸੀ ਨਾ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਕਿਤਾਬ ਇਸ਼ਕ ਦਾ ਕੋਈ ਅਗਰਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦ ਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਤੇ ਅੱਜ ਸਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ, ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ। ਤੇ ਜਿਹੜਾ ਬੰਦਾ ਪੰਜਾਬ ਦੀ ਨੁਮਾਇੰਦਗੀ ਕਰਦਾ, ਜੇ ਉਹ ਸ਼ੇਰ ਵੀ ਉੱਤੋਂ ਨੇ ਵੇਖ ਕੇ ਕਰਨਾ, ਤੇ ਇੰਜ ਤੇ ਫਿਰ ਕਦੀ ਵੀ ਨੁਮਾਇੰਦਗੀ ਨਹੀਂ ਹੋਏਗੀ। ਜ਼ੁਬਾਨ ਤੇ ਜਿਹੜੀ ਦਿਲੋਂ ਨਿਕਲਦੀ ਹੈ, ਬਾਤ ਜੋ ਦਿਲ ਸੇ ਨਿਕਲਤੀ ਹੈ ਅਸਰ ਰੱਖਤੀ ਹੈ। 21 ਫਰਵਰੀ ਦੇ ਦਿਨ ਦੇ ਲਿਹਾਜ਼ ਦੇ ਨਾਲ ਸਰ ਜੀ, ਤੁਸੀਂ
ਵਕਤ ਦੀ ਹਕੂਮਤ ਨੂੰ ਜਾਂ ਜਿਹੜੇ ਲੋਕ ਨੇ ਜਿਹੜੇ ਅਹਿਬਾਬੇ ਅਖਤਿਆਰ ਨੇ ਕੀ ਮੈਸੇਜ ਦੇਣਾ ਚਾਹੋਗੇ ਪੰਜਾਬੀ ਵਾਸਤੇ? ਅਸਲ ਪੰਜਾਬੀ ਵਾਸਤੇ ਮੈਂ ਇਹੀ ਸ਼ੇਰ ਦੇ ਵਿੱਚ ਆਪਣੇ ਸ਼ੇਰ ਦੇ ਵਿੱਚ ਦੇਣਾ ਚਾਹਾਂਗਾ ਕਿ ਜੇ ਮਿਸਾਲ ਬਣਨਾ ਚਾਹੁੰਦਾ ਫਿਰ ਕਿਰਦਾਰ ਵੀ ਮਿਸਾਲੀ ਰੱਖ। ਜੇ ਮਿਸਾਲ ਬਣਨਾ ਚਾਹੁੰਦਾ ਫਿਰ ਕਿਰਦਾਰ ਵੀ ਮਿਸਾਲੀ ਰੱਖ। ਲੱਖ ਹਨੇਰੇ ਰਾਹ ਵਿੱਚ ਆਵਣ ਉਮੀਦ ਦੇ ਦੀਵੇ ਬਾਲੀ ਰੱਖ। ਅਸਲ ਤੇ ਚਾਹੀਦਾ ਕਿ ਪੰਜਾਬੀ ਨੂੰ ਲਾਗੂ ਕਰੋ। ਇਹਦੇ ਵਾਸਤੇ ਕੋਈ ਸਾਡੇ ਬਾਲ ਪੰਜਾਬੀ ਬੋਲਦੇ ਨੇ, ਘਰਾਂ 'ਚ ਪੰਜਾਬੀ ਬੋਲਦੇ ਨੇ, ਸਿਰਫ ਲਿਖਣ ਵੇਲੇ ਸਾਨੂੰ ਥੋੜ੍ਹੀ ਜਿਹੀ ਉਹਦੇ 'ਚ ਔਕੜ ਆਉਂਦੀ ਹੈ ਤੇ ਬਾਕੀ ਸਾਨੂੰ ਕੁਝ ਵੀ ਨਹੀਂਗਾ। ਸਿਰਫ ਉਹਨੂੰ ਲਾਗੂ ਕਰ ਦੇਣ। ਜਿਹੜੇ ਬੱਚੇ ਭੱਜਦੇ ਨੇ, ਯਾਨੀ ਬਹੁਤ ਸਾਰੇ ਲਫ਼ਜ਼ ਐਸੇ ਭਾਰੇ ਨੇ ਕਿ ਜਿਹੜੇ ਲੋਕਾਂ ਦੇ ਮੂੰਹ ਤੇ ਨਹੀਂ ਚੜ੍ਹਦੇ, ਉਹਨਾਂ ਦੇ ਤਲਫਜ਼ ਬੜੇ ਔਖੇ ਗਏ ਨੇ। ਤੇ ਇਸ ਕਰਕੇ ਅਗਰ ਪੰਜਾਬੀ 'ਚ ਹੋ ਜਾਵੇ ਤੇ ਹਰ ਸ਼ੈ ਸਾਡੇ ਕੋਲ, ਅਫਸਾਨੇ ਸਾਡੇ ਕੋਲ ਨੇ, ਕਹਾਣੀਆਂ ਸਾਡੇ ਕੋਲ ਨੇ, ਸ਼ਾਇਰੀ ਦਾ ਤੇ ਇੱਕ ਲਾਈਨ ਹੀ ਪੂਰੀ ਜਿਹੜੀ ਲੱਗੀ ਹੋਈ ਹੈ। ਠੀਕ ਹੈ। ਤੇ ਕੀ ਸਰ ਜੀ ਪੰਜਾਬੀ ਦੇ ਵਿੱਚ ਗੁੰਜਾਇਸ਼ ਹੈ ਕਿ ਮੌਜੂਦਾ ਸਾਇੰਸੀ ਜ਼ਬਾਨ ਨੂੰ, ਮੌਜੂਦਾ ਜਿਹੜੀ ਸਾਡੀ ਦੂਸਰੀਆਂ ਜਿਹੜੀਆਂ ਇੰਜੀਨੀਅਰਿੰਗ ਜ਼ਬਾਨ ਨੂੰ ਜਾਂ ਦੂਸਰੀਆਂ ਚੀਜ਼ਾਂ ਦਾ ਨਿਜ਼ਾਮ ਨੂੰ ਚਲਾ ਸਕੇ, ਪੰਜਾਬੀ 'ਚ ਇੰਨੀ ਗੁੰਜਾਇਸ਼ ਹੈ? ਜੀ ਬਿਲਕੁਲ ਹੈਗੀ। ਪੰਜਾਬੀ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਜਿਵੇਂ ਕਿ ਕਰੋੜਾਂ ਲੋਕਾਂ ਦੀ ਜ਼ੁਬਾਨ ਹੈਗੀ ਹੈ ਔਰ ਇਹ ਜ਼ੁਬਾਨ ਨੂੰ ਕਦੀ ਵੀ ਮਜ਼ਹਬ ਦੇ ਵਿੱਚ ਜਾਂ ਇਹ ਵੰਡਾਂ 'ਚ ਨਹੀਂ ਇਸਤੇਮਾਲ ਕਰਨਾ ਚਾਹੀਦਾ ਹੈਗਾ। ਜ਼ੁਬਾਨ ਇੱਕ ਉਹਦਾ ਇੱਕ ਆਪਣਾ ਮਜ਼ਾ ਹੈਗਾ। ਬਿਲਕੁਲ ਜਦੋਂ ਜ਼ੁਬਾਨ ਦਾ ਅਸਲ ਚੀਜ਼ ਹੁੰਦੀ ਕਿ ਉਹਦਾ ਮੁਆਸ਼ਨਾ ਕਿੰਨਾ ਕੁ ਤਾਲੁਕ ਹੈਗਾ। ਦੇਖੋ ਜਿਹਨੇ ਜਿਹੜੀ ਸ਼ਾਇਦ ਬਣਾਈ ਹੈ ਉਹਨੇ ਉਹਦਾ ਨਾਂ ਰੱਖਣਾ। ਇਹ ਕੈਮਰਾ ਹੈ ਜਾਂ ਮੋਬਾਈਲ ਹੈਗਾ, ਜਿਹਨਾਂ ਬਣਾਇਆ ਉਹਨੇ ਉਹਦਾ ਨਾਂ ਰੱਖਣਾ। ਲੇਕਿਨ ਅਗਰ ਅਸੀਂ ਆਪਣੇ ਲੋਕਾਂ ਨੂੰ, ਮੈਨੂੰ ਯਾਦ ਹੈ ਕੋਈ ਸਾਡਾ ਇੱਕ ਅਸੀਂ ਫੌਜ ਦਾ ਇੱਕ ਵੱਡਾ ਬੰਦਾ, ਉਹਨੇ ਗੱਲ ਕਹੀ ਸੀ ਕਿ ਅਗਰ ਇਹ ਨਿਸਾਬ ਸਾਰਾ ਉਰਦੂ 'ਚ ਹੋ ਜਾਵੇ ਨਾ ਤੇ ਮੈਂ ਜਿਹੜੇ ਸ਼ੁਮਾਲੀ ਇਲਾਕਾ ਜਾਂਦੇ ਟਰੱਕ ਡਰਾਈਵਰ ਨੇ ਉਹ ਪਾਇਲਟ ਬਣਾ ਦਿਆਂ। ਯਾਨੀ ਜਦੋਂ ਤੁਸੀਂ ਉਹਨਾਂ ਨੂੰ ਮੌਕਾ ਦਿਓਗੇ ਤੇ ਉਹ ਕਦੀ ਵੀ ਮੁਸੀਬਤ ਇਸ ਗੱਲ ਦੀ ਗਈ ਕਿ ਅਸੀਂ ਆਪਣੇ ਹੀਰੋ ਮਾਰਨ ਵਾਲੀ ਕੌਮ ਹੈਗੇ ਆ। ਅਸੀਂ ਆਪਣੇ ਲੋਕਾਂ ਨੂੰ ਯਾਦ ਨਹੀਂ ਕਰਦੇਗੇ, ਅਸੀਂ ਆਪਣੇ ਲੋਕਾਂ ਦੀ ਸੇਵਾ ਨਹੀਂ ਕਰਦੇਗੇ, ਅਸੀਂ ਆਪਣੇ ਲੋਕਾਂ ਦੀ ਖਿਦਮਤ ਨਹੀਂ ਕਰਦੇਗੇ। ਪੰਜਾਬੀ ਹਰ ਚੈਲੰਜ ਨੂੰ ਕਬੂਲ ਕਰਦਾ। ਜਦੋਂ ਏਡੇ ਵੱਡੇ ਕਿੱਸੇ ਅੱਜ ਵੀ ਲਿਖੇ ਜਾ ਰਹੇ ਨੇ ਤੇ ਮੇਰਾ ਖਿਆਲ ਹੈ ਕਿ ਐਸੀ ਕੋਈ ਗੱਲ ਨਹੀਂ ਗੀ। ਪੰਜਾਬੀ ਨੂੰ ਤੁਸੀਂ ਲਾਗੂ ਤੇ ਕਰਕੇ ਵੇਖੋ ਤੇ ਅੱਲਾ ਦੇ ਫਜ਼ਲੋ ਕਰਮ ਨਾਲ ਅਸੀਂ ਵੇਖਿਆ ਵੱਡੇ ਡਾਕਟਰਾਂ ਨੂੰ, ਉਹ ਜਦੋਂ ਵੀ ਕਿਸੇ ਨੂੰ ਪੁੱਛਣਗੇ ਤੇ ਉਹ ਜ਼ਾਹਿਰ ਉਹਨਾਂ ਨੇ ਅੰਗਰੇਜ਼ੀ 'ਚ ਪੜ੍ਹਿਆ ਹੁੰਦਾ ਹੈ, ਲੇਕਿਨ ਉਹ ਗੱਲਾਂ ਤੇ ਉਹਨਾਂ ਨੇ ਪੰਜਾਬੀ 'ਚ ਪੁੱਛਣੀ ਨੇ। ਹਾਂ ਵੀ ਤੈਨੂੰ ਕੀ ਤਕਲੀਫ ਹੁੰਦਾ? ਮੈਨੂੰ ਪੀੜ ਹੁੰਦੀ ਹੈ, ਮੈਨੂੰ ਡਫਾਰੀਆਂ ਹੁੰਦੀਆਂ, ਮੈਨੂੰ ਘੜੇਲਾਂ ਪੈਂਦੀਆਂ ਨੇ। ਤੇ ਉਹ ਫਿਰ ਉਹਦੇ ਮੁਤਾਬਕ ਉਹਨੂੰ ਦੱਸਦਾ ਵੀ 2 ਵਾਰੀ ਖਾਣੀ, 3 ਵਾਰੀ ਖਾਣੀ ਜਾਂ 4 ਵਾਰੀ ਦੁਆ ਖਾਣੀ ਹੈ। ਸ਼ਹਿਬਾਜ਼ ਸਾਗਰ ਆਪਣੀ ਜ਼ਿੰਦਗੀ 'ਚ ਕਿਹੜੇ ਪੰਜਾਬੀ ਸ਼ਾਇਰ ਤੋਂ ਇੰਸਪਾਇਰ ਹੈ? ਜੀ ਮੈਂ ਤੇ ਜੀ ਸਾਰਿਆਂ ਤੋਂ ਹੀ ਜਿਹੜਾ ਨਾ ਮੁਤਾਸਰ ਹੈਗਾ ਵਾਂ। ਮੈਂ ਚੂँਕਿ ਸਾਰੇ ਪੜ੍ਹੇ ਨੇ ਲੇਕਿਨ ਮੌਜੂਦਾ ਦੌਰ ਦੇ ਵਿੱਚ ਮੈਨੂੰ ਜਿਹੜੇ ਸ਼ਾਇਰ ਨੇ ਮੈਨੂੰ ਜ਼ਿਆਦਾ ਜਿਹੜਾ ਮੁਤਾਸਰ ਕੀਤਾ ਹੈ ਉਹ ਉਸਤਾਦ ਦਾਮਨ ਨੇ ਕੀਤਾ ਹੈ। ਕਿਉਂਕਿ ਉਸਤਾਦ ਦਾਮਨ ਜਿਹੜਾ ਹੈ ਉਹ ਪੰਜਾਬੀ ਦਾ ਇੱਕ ਬਹੁਤ ਵੱਡਾ ਨਾਂ ਹੈਗਾ ਔਰ ਉਹਨੂੰ ਪੰਜਾਬੀ ਦਾ ਅਗਰ ਆਸ਼ਿਕ ਕਿਹਾ ਜਾਵੇ ਤੇ ਇਹਦੇ 'ਚ ਕੋਈ ਮੁਗਾਲਤਾ ਨਹੀਂ। ਉਹਨਾਂ ਸਾਰੀ ਜ਼ਿੰਦਗੀ, ਉਹਨਾਂ ਨੂੰ ਕਿਸੇ ਨੇ ਪੁੱਛਿਆ ਉਸਤਾਦ ਜੀ ਤੁਸੀਂ ਉਰਦੂ 'ਚ ਕਿਉਂ ਨਹੀਂ ਲਿਖਿਆ ਹੈਗਾ? ਉਹਨੇ ਕਿਹਾ ਯਾਰ ਜਦੋਂ ਏਡੇ ਵੱਡੇ ਉਰਦੂ 'ਚ ਲਿਖਣ ਵਾਲੇ ਹੈ ਨੇ ਤੇ ਮੇਰੀ ਤੇ ਇੱਧਰ ਵੰਡ ਬਣਦੀ ਸੀ। ਤੇ ਮੈਂ ਤੁਹਾਨੂੰ ਉਹਨਾਂ ਦਾ ਇੱਕ ਸ਼ੇਰ ਸੁਣਾ ਦਿੰਦਾ ਵਾਂ ਕਿ ਖੂਨ ਜਿਗਰ ਦਾ ਤਲੀ ਤੇ ਰੱਖ ਕੇ ਤੇ ਧਰਤੀ ਪੋਚਦੇ ਗੁਜ਼ਰ ਚੱਲੇ, ਇੱਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ, ਇਹੋ ਸੋਚਦੇ ਗੁਜ਼ਰ ਚੱਲੇ। ਲੋ ਜੀ ਸੱਜਣੋ, ਬੇਲੀਓ, ਮਿੱਤਰੋ, ਅੱਜ ਸਾਡੇ ਨਾਲ ਸਨ ਸਾਡੇ ਬਹੁਤ ਹੀ ਪਿਆਰੇ ਉਸਤਾਦ ਮੁਹਤਰਮ ਜਨਾਬ ਸ਼ਹਿਬਾਜ਼ ਸਾਗਰ ਸਾਹਿਬ। ਮੈਂ ਇਹਨਾਂ ਦਾ ਬੇਹੱਦ ਮਸ਼ਕੂਰ ਹਾਂ, ਇਹਨਾਂ ਨੇ ਟਾਈਮ ਦਿੱਤਾ ਤੇ ਆਪਣੇ ਕੀਮਤੀ ਵਕਤ ਦੇ ਵਿੱਚੋਂ ਸਾਨੂੰ ਪੰਜਾਬੀ ਦੇ ਬਹੁਤ ਹੀ ਪਿਆਰੇ ਸ਼ੇਰ ਤੇ ਉਸ ਤੋਂ ਇਲਾਵਾ ਕੁਝ ਕਲਾਮ ਵੀ ਸੁਣਾਏ। ਤੇ ਸਰ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ। ਤੇ ਆਖਰ ਤੇ ਕੋਈ ਮੈਸੇਜ ਦੇਣਾ ਚਾਹੋ ਤੇ ਮੈਂ ਜੀ ਪੈਗਾਮ ਤੇ ਜਿਹੜਾ ਨਾ ਉਹ ਇਹੀ ਹੁੰਦਾ ਹੈ ਕਿ ਆਪਣੀ ਜ਼ੁਬਾਨ ਨਾਲ, ਆਪਣੀ ਧਰਤੀ ਨਾਲ, ਆਪਣੇ ਮੁਲਕ ਨਾਲ ਇਹ ਮੁਹੱਬਤ ਕਰੋ, ਇਹਦੀ ਤਰੱਕੀ ਵਾਸਤੇ ਕੰਮ ਕਰੋ। ਖੁਦਾਰਾ ਦਿਲਾਂ 'ਚੋਂ ਨਫ਼ਰਤਾਂ, ਕੀਨੇ ਤੇ ਕਦੂਰਤਾਂ ਜਿਹੜੀਆਂ ਨੇ ਇਹਨਾਂ ਨੂੰ ਕੱਢ ਦਿਓ ਤੇ ਸਾਰੇ ਜਿਹੜੇ ਨੇ ਪਾਕਿਸਤਾਨੀ ਆਪਣੇ ਭੈਣਾਂ ਭਰਾਵਾਂ ਤਰ੍ਹਾਂ ਰਹਿਣ। ਇਹਦੀ ਖੁਸ਼ਹਾਲੀ ਵਾਸਤੇ, ਇਹਦੀ ਤਰੱਕੀ ਵਾਸਤੇ ਉਹ ਜਿਵੇਂ ਇੱਕ ਮੇਰਾ ਸ਼ੇਰ ਹੈ ਕਿ ਇੱਕ ਹੋ ਕੇ ਇੱਕ ਮੁੱਠ ਰਹੀਏ, ਇੱਕ ਦੂਜੇ ਦਾ ਦਰਦ ਵੰਡਾਈਏ, ਦਿਲੋਂ ਕੱਢੀਏ ਵੈਰ ਕਰੋਧ ਨੂੰ ਅਤੇ ਨਫ਼ਰਤ ਵਾਲੀ ਕੰਧ ਢਾਈਏ, ਆਪਣੇ ਦੇਸ਼ ਦੀ ਖੁਸ਼ਹਾਲੀ ਲਈ ਕਰਕੇ ਹੱਥੀਂ ਕੰਮ ਵਿਖਾਈਏ, ਸ਼ਹਿਬਾਜ਼ ਨਫ਼ਰਤਾਂ ਮੁੱਕ ਜਾਸਣ ਔਰ ਰਲ ਕੇ ਪਿਆਰ ਦੀ ਸ਼ਮਾ ਜਲਾਈਏ। ਲੋ ਜੀ ਬਹੁਤ ਸ਼ੁਕਰੀਆ ਵਿਊਵਰਸ। ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਵੀ ਕਰੋ ਤੇ ਕਮੈਂਟ ਰਾਹੀਂ ਆਪਣੇ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰੋ। ਪਾਕਿਸਤਾਨ ਜ਼ਿੰਦਾਬਾਦ।